ਸਾਡਾ ਬਹੁਤ ਸਾਰਾ ਏਰੀਆ ਹੈਗਾ। घरोटे वाले पासे चल जाओ, तुसीं बॉर्डर के इलाके चल जाओ, तुसीं इधर मलकपुर वाले पासे तुसीं चल जाओ, मतलब बहुत सारा जिहड़ा साडा एरिया हैगा। किते भी जिहड़ा है इलाके विच कोई इस तरह की डिवेलपमेंट जिहड़ी है नज़र नहीं आई है। पिंडां दे विच नरेगा स्कीम के पैसे आए हैं, 14वां वित्त कमीशन 15वां वित्त कमीशन उहदे ते ही आधारित ही जिहड़े पैसे जिहड़े आए न, और उहदी सरपंचां ने कुछ सरपंचां ने जिहड़ी है पिंडां विच डिवेलपमेंट कराई है। लेकिन ਜਿਹੜੇ ਇੱਥੋਂ ਦੇ MLA ਸਾਹਿਬ ਨੇ ਉਹਨਾਂ ਨੇ ਜਿਹੜੇ ਲੋਕਾਂ ਨਾਲ ਵਾਅਦੇ ਕੀਤੇ ਸੀ ਉਹਦੇ ਵਿੱਚ ਇੱਕ ਵੀ ਵਾਅਦੇ ਤੇ ਖਰੇ ਨਹੀਂ ਉਤਰੇ। ਲੋਕੀ ਰੋਂਦੇ ਹੈਗੇ ਆ, ਲੋਕੀ ਕਹਿੰਦੇ ਨੇ ਕਿ ਸਾਨੂੰ ਝੂਠੇ ਵਾਅਦੇ ਕੀਤੇ ਸਾਡੇ ਨਾਲ ਕਿ ਤੁਹਾਡੇ ਬੱਚਿਆਂ ਨੂੰ ਨੌਕਰੀ ਦੇਵਾਂਗੇ, ਤੁਹਾਡੇ ਬੱਚਿਆਂ ਨੂੰ ਸਮਾਰਟਫੋਨ ਦੇਵਾਂਗੇ। ਜਿਹੜੇ ਗਰੀਬ ਦੇ ਬੱਚੇ ਜਿਹੜੇ ਆ ਅੱਜ ਬਥੇਰੇ ਬੇਰੁਜ਼ਗਾਰ ਨੇ ਵਿਚਾਰੇ, ਕਈ ਕਿੰਨਾ ਪੜ੍ਹੇ ਲਿਖੇ ਹੋ, ਉਹਨਾਂ ਨੂੰ ਤਾਂ ਕੁਛ ਨਹੀਂ ਇਹਨਾਂ ਨੇ ਦਿੱਤਾ ਹੈ। ਆਪਣੇ ਇਹਨਾਂ ਨੇ ਜਿਹੜੇ ਚਹੀਤੇ ਸੀ ਆਪਣੇ ਆਲੇ ਦੁਆਲੇ ਸੀ ਉਹਨਾਂ ਨੂੰ ਇੱਕ ਦੋ ਜਿਹੜੀਆਂ ਨੌਕਰੀਆਂ ਦਿੱਤੀਆਂ ਨੇ। ਜਦੋਂ ਲੋਕਡਾਊਨ ਲੱਗਿਆ ਸੀ ਇੰਨੀ ਮਹਾਮਾਰੀ ਪਈ ਸੀ, ਔਰ ਸਾਡੇ ਜਿਹੜੇ ਕੁਝ ਲੋਕ ਵਿਚਾਰੇ ਲੋਕਾਂ ਦੀ ਸੇਵਾ ਕਰਨ ਲੱਗੇ ਹੋਏ ਸੀ। ਕਾਂਗਰਸ ਸਰਕਾਰ ਦੇ ਕੁਝ ਨੁਮਾਇੰਦੇ ਜਿਹੜੇ ਨੇ ਉਹ ਘਰ ਘਰ ਵਿੱਚ ਔਰ ਗਲੀ ਗਲੀ ਵਿੱਚ ਜਿਹੜੇ ਆ ਉਹ ਨਸ਼ੇ ਦੇ ਕਾਰੋਬਾਰ ਕਰਨ ਲੱਗੇ ਹੋਏ ਸੀ, ਘਰ ਘਰ ਸ਼ਰਾਬ ਦੇ ਪਜਾਣ ਦੇ ਲੱਗੇ ਹੋਏ ਸੀ। ਇੱਕ ਇਲੈਕਸ਼ਨ ਸਟੰਟ ਕਰ ਰਹੇ ਨੇ, ਹੋਰ ਅਦਰਵਾਈਜ਼ ਕੁਛ ਨਹੀਂ ਹੈ। ਦਿੱਲੀ 'ਚ ਜਾ ਕੇ ਤੁਸੀਂ ਦੇਖ ਲਓ ਕਿੰਨਾ ਕਿ ਉੱਥੇ ਜਿਹੜਾ ਕੰਮ ਜਿਹੜਾ ਹੋਇਆ, ਜਿਹੜਾ ਪੰਜਾਬ ਦਾ ਭਲਾ ਕਰਨ ਆ ਗਏ ਨੇ। ਸਤਿ ਸ਼੍ਰੀ ਅਕਾਲ, ਜੈ ਸ਼੍ਰੀ ਰਾਮ। ਤੁਸੀਂ ਦੇਖ ਰਹੇ ਹੋ ਸਕਾਈ ਨਿਊਜ਼ ਪੰਜਾਬ, ਔਰ ਸਕਾਈ ਨਿਊਜ਼ ਪੰਜਾਬ ਦੀ ਟੀਮ ਪਹੁੰਚੀ ਹੈ ਜ਼ਿਲ੍ਹਾ ਪਠਾਨਕੋਟ ਦੇ ਹਲਕਾ ਪੋਆ ਦੇ ਵਿੱਚ। ਔਰ ਜੇ ਗੱਲ ਕਰੀਏ ਅਸੀਂ 2022 ਦੀਆਂ ਚੋਣਾਂ ਦੀ, ਲਗਾਤਾਰ ਹੈ ਜਿਹੜਾ ਹਰ ਪਾਰਟੀ ਵੱਲੋਂ ਆਪਣਾ ਜਿਹੜਾ ਚੋਣ ਪ੍ਰਚਾਰ ਆਪਣਾ ਤੇਜ਼ ਕਰ ਦਿੱਤਾ ਗਿਆ, ਔਰ ਲੋਕਾਂ ਨਾਲ ਜਿਹੜਾ ਜਨਸੰਪਰਕ ਜਿਹੜਾ ਵੋਟਾਂ ਨੂੰ ਲੈ ਕੇ ਕੀਤਾ ਜਾ ਰਿਹਾ, ਔਰ ਵਿਕਾਸ ਦੇ ਮੁੱਦਿਆਂ ਤੇ ਜਿਹੜੀ ਗੱਲਬਾਤ ਹੋ ਰਹੀ ਹੈ। ਇਸ ਵਕਤ ਜਿਹੜੇ ਹਲਕਾ ਪੋਆ ਤੋਂ ਹੈ ਜਿਹੜੇ ਸਾਬਕਾ MLA ਸੀਮਾ ਕੁਮਾਰੀ ਜੀ ਸਾਡੇ ਨਾਲ ਇਸ ਵਕਤ ਮੌਜੂਦ ਆ, ਔਰ ਉਹਨਾਂ ਨਾਲ ਗੱਲਬਾਤ ਕਰਦੇ ਆ ਕੀ ਕਹਿਣਾ ਚਾਹੁੰਦੇ ਆ ਜਿਹੜਾ 4.5 ਸਾਲ ਦੇ ਵਿੱਚ ਜਿਹੜਾ ਵਿਕਾਸ ਜਿਹੜਾ ਹਲਕੇ ਪੋਏ ਦੇ ਵਿੱਚ ਹੋਇਆ। ਸਬਕਾ ਵਿਧਾਇਕ ਜੀ, ਤੁਹਾਡਾ ਸਕਾਈ ਨਿਊਜ਼ ਪੰਜਾਬ ਦੇ ਵਿੱਚ ਸਵਾਗਤ ਹੈ। ਕੀ ਕਹਿਣਾ ਚਾਹੁੰਦੇ ਹੋ ਜਿਹੜਾ 4.5 ਸਾਲ ਹੋ ਗਏ ਆ ਕਾਂਗਰਸ ਸਰਕਾਰ ਨੂੰ, ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਤੁਸੀਂ ਇੱਥੇ ਆਇਓ ਹਲਕਾ ਭੋਆ ਵਿੱਚ, ਔਰ ਅਹਿਮ ਮੁੱਦਿਆਂ ਦੇ ਉੱਤੇ ਜਿਹੜੀ ਤੁਸੀਂ ਗੱਲਬਾਤ ਕਰਨ ਦਾ ਮੌਕਾ ਦੇ ਰਹੇ ਹੋ। ਔਰ ਦੂਸਰਾ, ਇਹ ਜਿਹੜੀ ਗੱਲਬਾਤ ਹੈ ਜਿਹੜੀ ਇਹ ਪੂਰੇ ਇਲਾਕੇ ਤੱਕ ਜਿਹੜਾ ਪੂਰੀ ਦੁਨੀਆ ਤੱਕ ਜਿਹੜੀ ਪਹੁੰਚੇਗੀ, ਔਰ ਮੈਂ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੀ ਹਾਂ। ਤੁਸੀਂ ਗੱਲ ਕੀਤੀ ਹੈ ਕਿ 4.5 ਸਾਲ ਤੋਂ ਇਸ ਭੋਆ ਹਲਕੇ ਵਿੱਚ ਕੀ ਵਿਕਾਸ ਹੋਏ ਨੇ, ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਸਾਡੇ ਜਿਹੜੇ ਹੈ ਇੱਥੇ ਇਸ ਹਲਕੇ 'ਚੋਂ MLA ਬਣੇ ਸੀ ਕਾਂਗਰਸ ਦੇ ਵਿਧਾਇਕ, ਉਹਨਾਂ ਨੇ ਜਦੋਂ ਇਲੈਕਸ਼ਨ ਦੇ ਦੌਰਾਨ ਇੱਥੇ ਕੁਝ ਵਾਅਦੇ ਕੀਤੇ ਸੀ, ਔਰ ਉਹਦੇ ਵਿੱਚ ਗੱਲ ਕੀਤੀ ਸੀ ਕਿ ਇਸ ਭੋਏ ਹਲਕੇ ਨੂੰ ਮੈਂ ਇੱਕ ਵਧੀਆ ਹਲਕਾ ਬਣਾਵਾਂਗਾ, ਇੱਕ ਮਾਡਰਨ ਹਲਕਾ ਬਣਾਵਾਂਗਾ। ਲੇਕਿਨ 4.5 ਸਾਲ ਹੋ ਗਿਆ ਮੈਨੂੰ, ਤੇ ਇਸ ਇਲਾਕੇ ਵਿੱਚ ਬਾਰਡਰ ਤੋਂ ਲੈ ਕੇ ਸਾਡਾ ਬਹੁਤ ਸਾਰਾ ਏਰੀਆ ਹੈਗਾ। घरोटे वाले पासे चल जाओ, तुसीं बॉर्डर के इलाके चल जाओ, तुसीं इधर मलकपुर वाले पासे तुसीं चल जाओ, मतलब बहुत सारा जिहड़ा साडा एरिया हैगा। किते भी जिहड़ा है इलाके विच कोई इस तरह की डिवेलपमेंट जिहड़ी है नज़र नहीं आई है पिंडां दे विच। और मैनूं नहीं लगदा भी एक भी पैसा जिहड़ा है MLA साहब अपनी सरकार तो लैके आए होण, और इत्थे इलाके विच जिहड़े किसी भी सरपंच नूं ग्रांट दित्ती। जिन्ने भी पिंडां विच पैसे लगे है सारे पैसे जिहड़े आ केंद्र सरकार तो आए हैं। नरेगा स्कीम के पैसे आए हैं, 14वां वित्त कमीशन 15वां वित्त कमीशन उहदे ते ही आधारित ही जिहड़े पैसे जिहड़े आए न, और उहदी सरपंचां ने कुछ सरपंचां ने जिहड़ी है पिंडां विच डिवेलपमेंट कराई है। लेकिन जिहड़े इत्थों दे MLA साहब ने उन्होंने जिहड़े लोकां नाल वादे कीते सी उहदे विच एक भी वादे ते खरे नहीं उतरे। ये गल करिए ਅਸੀਂ ਲਗਾਤਾਰ ਤੁਸੀਂ ਵੀ ਜਿਹੜਾ ਲੋਕਾਂ ਨਾਲ ਸੰਪਰਕ ਬਣਾ ਰਹੇ ਹੋ, ਉਹ ਕੀ ਮੁਸ਼ਕਲਾਂ ਤੁਹਾਨੂੰ ਜਿਹੜੀ ਪਿੰਡਾਂ ਦੇ ਵਿੱਚ ਅਜੇ ਤੱਕ ਦੇਖਣ ਨੂੰ ਮਿਲ ਰਹੀਆਂ? ਦੇਖੋ ਜੀ, ਇਸ ਇਲਾਕੇ ਵਿੱਚ ਇਹ ਇਲਾਕਾ ਸਾਡਾ ਇਲਾਕਾ ਹੈਗਾ, ਸਾਨੂੰ ਇਸ ਇਲਾਕੇ ਨਾਲ ਪਿਆਰ ਹੈਗਾ, ਸਾਡਾ ਪਰਿਵਾਰ ਹੈ ਇਲਾਕਾ, ਸਾਡਾ ਇੱਕ ਹਿਸਾਬ ਨਾਲ ਇੱਕ ਘਰ ਹੈ ਇਲਾਕਾ। ਇੱਥੋਂ ਜਿਹੜੇ ਲੋਕ ਇਸ ਇਲਾਕੇ ਦੇ ਨੇ ਉਹ ਸਾਡੇ ਮੇਰੇ ਆਪਣੇ ਪਰਿਵਾਰ ਦੇ ਲੋਕ ਨੇ। ਮੈਂ ਤਾਂ ਸਭ ਨੂੰ ਉਸ ਤਰ੍ਹਾਂ ਦੇ ਲੈ ਕੇ ਚੱਲਦੀ ਹਾਂ। ਮੈਨੂੰ ਨਹੀਂ ਲੱਗਦਾ ਕਿ ਮੈਂ ਜਦੋਂ ਵੀ ਪਿੰਡਾਂ ਵਿੱਚ ਜਾਂਦੀ ਹਾਂ ਔਰ ਜਿਸ ਨੂੰ ਵੀ ਮਿਲਦੀ ਹਾਂ, ਸਾਰੇ ਲੋਕਾਂ ਦੇ ਵਿਚਾਰਿਆਂ ਨੇ ਆਪਣੇ ਆਪਣੇ ਦੁੱਖ ਨੇ। ਸਭ ਤੋਂ ਪਹਿਲਾਂ ਤਾਂ ਲੋਕੀ ਰੋਂਦੇ ਹੈਗੇ ਆ, ਲੋਕੀ ਕਹਿੰਦੇ ਨੇ ਕਿ ਸਾਨੂੰ ਝੂਠੇ ਵਾਅਦੇ ਕੀਤੇ ਸਾਡੇ ਨਾਲ ਕਿ ਤੁਹਾਡੇ ਬੱਚਿਆਂ ਨੂੰ ਨੌਕਰੀ ਦੇਵਾਂਗੇ, ਤੁਹਾਡੇ ਬੱਚਿਆਂ ਨੂੰ ਸਮਾਰਟਫੋਨ ਦੇਵਾਂਗੇ, ਤੁਹਾਡੇ ਬੱਚਿਆਂ ਨੂੰ ਜਿਹੜੇ ਬੇਰੁਜ਼ਗਾਰ ਨੇ ਉਹਨਾਂ ਨੂੰ 2500 ਰੁਪਈਆ ਜਿਹੜਾ ਮਹੀਨੇ ਦਾ ਜਿਹੜਾ ਭੱਤਾ ਦੇਵਾਂਗੇ।
ਕੁਝ ਵੀ ਨਹੀਂ ਜਿਹੜਾ ਇਹ ਲੋਕਾਂ ਦੀ ਮਤਲਬ ਵਾਅਦਿਆਂ ਤੇ ਜਿਹੜੀ ਸਰਕਾਰ, ਜਿਹੜੀ ਕਾਂਗਰਸ ਸਰਕਾਰ ਜਿਹੜੀ ਹੈ ਇਹ ਉਤਰੀ ਹੈ। ਇਹ ਸਿਰਫ ਔਰ ਸਿਰਫ ਇੱਕ ਝੂਠ ਦਾ ਪਲੰਦਾ ਹੈ ਕਾਂਗਰਸ ਦੀ ਸਰਕਾਰ, ਔਰ ਕੁਛ ਨਹੀਂ, ਝੂਠੇ ਵਾਅਦੇ ਕਰਕੇ ਸੱਤਾ ਜਿਹੜੀ ਹੈ ਉਹ ਹਾਸਲ ਕੀਤੀ ਇਹਨਾਂ ਨੇ ਪੰਜਾਬ 'ਚ, ਲੇਕਿਨ ਕੰਮ ਜਿਹੜੇ ਹੈ ਕੋਈ ਵੀ ਨਹੀਂ ਚੰਗੇ ਕੀਤੇ ਇਹਨਾਂ ਨੇ ਪੰਜਾਬ 'ਚ। ਕਰ ਨੌਕਰੀ ਦਾ ਵਾਅਦਾ ਕੀਤਾ ਗਿਆ ਸੀ ਕਾਂਗਰਸ ਸਰਕਾਰ ਵੱਲੋਂ, ਕੀ ਲੱਗਦਾ 4.5 ਸਾਲ ਦੇ ਵਿੱਚ ਇਹਨਾਂ ਨੇ ਵਾਅਦਾ ਕੀਤਾ? ਦੇਖੋ ਜੀ, ਕਿਸੇ ਗਰੀਬ ਨੂੰ ਤਾਂ ਵਿਚਾਰੇ ਨੂੰ ਨੌਕਰੀ ਦਿੱਤੀ ਨਹੀਂ ਗਈ ਹੈ। ਜਿਹੜੇ ਇਹਨਾਂ ਦੇ ਆਪਣੇ ਕੋਈ ਹੈਗੇ ਸੀ ਕੈਪਟਨ ਦੇ ਆਲੇ ਦੁਆਲੇ ਵਾਲੇ, ਉਹਨਾਂ ਨੂੰ ਜਿਹੜੀਆਂ ਇਹਨਾਂ ਨੇ 1-2 ਨੌਕਰੀ ਦਿੱਤੀਆਂ। ਜਿਹੜੇ ਪਹਿਲੇ ਹੀ ਰਜਵੇਂ ਸੀ ਲੋਕ, ਗਰੀਬਾਂ ਦੀ ਤਾਂ ਕੋਈ ਸੁਣੀ ਨਹੀਂ ਗਈ ਹੈ। ਜਿਹੜੇ ਗਰੀਬ ਦੇ ਬੱਚੇ ਜਿਹੜੇ ਹੈ ਅੱਜ ਬਥੇਰੇ ਬੇਰੁਜ਼ਗਾਰ ਨੇ ਵਿਚਾਰੇ, ਕਈ ਕਿੰਨਾ ਪੜ੍ਹੇ ਲਿਖੇ ਹੋ, ਉਹਨਾਂ ਨੂੰ ਤਾਂ ਕੁਛ ਨਹੀਂ ਇਹਨਾਂ ਨੇ ਦਿੱਤਾ ਹੈ। ਆਪਣੇ ਇਹਨਾਂ ਨੇ ਜਿਹੜੇ ਚਹੀਤੇ ਸੀ, ਆਪਣੇ ਆਲੇ ਦੁਆਲੇ ਸੀ, ਉਹਨਾਂ ਨੂੰ 1-2 ਜਿਹੜੀਆਂ ਨੌਕਰੀਆਂ ਦਿੱਤੀਆਂ ਨੇ, ਜਿਹੜੇ ਕਿ ਪਹਿਲੇ ਹੀ ਠੀਕ ਠਾਕ ਸੀ। ਬਾਕੀ ਤਾਂ ਇਹਨਾਂ ਨੇ ਕਿਸੇ ਨੂੰ ਕੋਈ ਨੌਕਰੀ ਨਹੀਂ ਦਿੱਤੀ ਹੈ। ਗੱਲ ਕਰੀਏ ਸੁਖਬੀਰ ਬਾਦਲ ਵੱਲੋਂ ਆ ਜਿਹੜੀ ਮਾਈ ਭਾਗੋ ਸਕੀਮ ਵਿੱਚ ਸਾਈਕਲ ਵੀ ਵੰਡੇ ਗਏ ਸੀ, ਔਰ ਕੈਪਟਨ ਸਰਕਾਰ ਨੇ ਉਹਦੇ ਤੋਂ ਇਲਾਵਾ ਜੇ ਗੱਲ ਕਰੀਏ ਉਹਨੇ ਇਸ ਵਾਰੀ ਹੈ ਜਿਹੜੀ ਸਮਾਰਟਫੋਨ ਦੇਣ ਦੇ ਵਾਅਦਾ ਕੀਤਾ ਗਿਆ ਸੀ, ਕੀ ਲੱਗਦਾ ਜਿਹੜਾ ਸਮਾਰਟਫੋਨ ਦੇਣ ਦਾ ਵਾਅਦਾ ਉਹ ਵੀ ਪੂਰਾ ਹੋਇਆ? ਦੇਖੋ, ਮੈਂ ਗੱਲ ਕਰਨਾ ਚਾਹਾਂਗੀ, ਉਸ ਟਾਈਮ ਮੈਂ ਵੀ MLA ਸੀ ਜਦੋਂ ਅਕਾਲੀ ਭਾਜਪਾ ਦੀ ਸਰਕਾਰ ਸੀ। ਉਸ ਟਾਈਮ ਬਹੁਤ ਸਾਰੀ ਇਸ ਇਲਾਕੇ ਵਿੱਚ ਡਿਵੈਲਪਮੈਂਟ ਵੀ ਹੋਈ ਸੀ, ਔਰ ਬੱਚੀਆਂ ਦਾ ਵੀ ਵਿਸ਼ੇਸ਼ ਧਿਆਨ ਜਿਹੜਾ ਰੱਖਿਆ ਗਿਆ ਸੀ। ਮਾਈ ਭਾਗੋ ਦੇ ਤਹਿਤ ਜਿਹੜੀ ਸਾਈਕਲ ਵੀ ਸਕੂਲਾਂ ਵਿੱਚ ਵੰਡੇ ਗਏ ਸੀ। ਮੈਂ ਖੁਦ ਜਾ ਕੇ ਬਹੁਤ ਸਾਰੇ ਪਿੰਡਾਂ ਵਿੱਚ ਬੱਚੀਆਂ ਨੂੰ ਸਾਈਕਲ ਜਿਹੜੇ ਦਿੱਤੇ ਸੀ। ਉਸ ਟਾਈਮ ਜਿਹੜੀ ਆ ਬਹੁਤ ਸਾਰੀ ਡਿਵੈਲਪਮੈਂਟ ਹੋਈ ਸੀ, ਬਹੁਤ ਸਾਰੇ ਕੰਮ ਜਿਹੜੇ ਹੋਏ ਸੀ। ਲੇਕਿਨ ਅੱਜ ਜਿਹੜਾ ਹੈ ਮਤਲਬ ਨੌਜਵਾਨਾਂ ਨਾਲ ਜਿਹੜਾ ਹੈ ਸਿੱਧਾ ਔਰ ਸਿੱਧਾ ਇੱਕ ਧੋਖਾ ਕੀਤਾ ਗਿਆ। ਕੋਈ ਸਮਾਰਟਫੋਨ ਨਹੀਂ ਦਿੱਤੇ, ਕੁਝ ਵੀ ਨਹੀਂ ਉਹਨਾਂ ਨੂੰ ਕੀਤਾ ਗਿਆ, ਮਤਲਬ ਉਹਨਾਂ ਦਾ ਕੋਈ ਧਿਆਨ ਨਹੀਂ ਰੱਖਿਆ ਗਿਆ। ਸਿਰਫ ਔਰ ਸਿਰਫ ਇੱਕ ਸੱਤਾ ਲੈਣ ਦੇ ਲਈ, ਸੱਤਾ ਦੇ ਵਿੱਚ ਆਉਣ ਦੇ ਲਈ ਇਹਨਾਂ ਨੇ ਲੋਕਾਂ ਨਾਲ ਝੂਠੇ ਵਾਅਦੇ ਕੀਤੇ, ਔਰ ਜਿਹੜੇ ਆ ਲੋਕਾਂ ਨੂੰ ਬਰਗਲਾ ਕੇ ਉਹਨਾਂ ਨੇ ਜਿਹੜੀਆਂ ਵੋਟਾਂ ਲਈਆਂ ਸੀ, ਔਰ ਕੰਮ ਜਿਹੜੇ ਹੈ ਕੋਈ ਵੀ ਚੰਗੇ ਜਿਹੜੇ ਆ ਨਹੀਂ ਕੀਤੇ। ਗੱਲ ਕਰੀਏ, ਕੈਪਟਨ ਸਰਕਾਰ ਨੇ ਗੁਟਕਾ ਫੜ ਕੇ ਜਿਹੜੀ ਸਹੁੰ ਖਾਧੀ ਸੀ ਕਿ ਪੰਜਾਬ ਦੇ ਵਿੱਚੋਂ ਆ ਜਿਹੜਾ ਨਸ਼ਾ ਖਤਮ ਕੀਤਾ ਜਾਏਗਾ। ਅਹਿਮ ਜਿਹੜਾ ਹਰ ਵਾਰੀ ਮੁੱਦਾ ਪੱਖਦਾ ਰਿਹਾ ਔਰ 4.5 ਸਾਲ ਦੇ ਵਿੱਚ ਕਈ ਚੀਜ਼ਾਂ ਦੇਖੀਆਂ। ਕਿ ਲੱਗਦਾ ਤੁਹਾਨੂੰ ਕਿ ਜਿਹੜਾ ਨਸ਼ੇ ਦਾ ਮੁੱਦਾ ਹੈ ਕਿ ਨਸ਼ਾ ਖਤਮ ਹੋਇਆ ਪੰਜਾਬ 'ਚ? ਦੇਖੋ, 4.5 ਸਾਲ ਹੋ ਗਏ ਆ। ਤੁਸੀਂ ਸਾਰੀ ਦੁਨੀਆ ਜਾਣਦੀ ਹੈ, ਅਖਬਾਰਾਂ ਪੜ੍ਹਦੀ ਹੈ, TV 'ਚ ਰੋਜ਼ ਜੋ ਆ ਰਿਹਾ, ਘਰ ਘਰ ਵਿੱਚ ਨਸ਼ਾ ਵਿਕ ਰਿਹਾ। ਜਦੋਂ ਲੋਕਡਾਊਨ ਲੱਗਿਆ ਸੀ, ਇੰਨੀ ਮਹਾਮਾਰੀ ਪਈ ਸੀ, ਔਰ ਸਾਡੇ ਜਿਹੜੇ ਕੁਝ ਲੋਕ ਵਿਚਾਰੇ ਲੋਕਾਂ ਦੀ ਸੇਵਾ ਕਰਨ ਲੱਗੇ ਹੋਏ ਸੀ। ਕਾਂਗਰਸ ਸਰਕਾਰ ਦੇ ਕੁਝ ਨੁਮਾਇੰਦੇ ਜਿਹੜੇ ਨੇ ਉਹ ਘਰ ਘਰ ਵਿੱਚ ਔਰ ਗਲੀ ਗਲੀ ਵਿੱਚ ਜਿਹੜੇ ਆ ਉਹ ਨਸ਼ੇ ਦੇ ਕਾਰੋਬਾਰ ਕਰਨ ਲੱਗੇ ਹੋਏ ਸੀ, ਘਰ ਘਰ ਸ਼ਰਾਬ ਦੇ ਪਜਾਣ ਦੇ ਲੱਗੇ ਹੋਏ ਸੀ। ਮਤਲਬ ਇਹ ਬੜੀ ਮੰਦਭਾਗੀ ਘਟਨਾ ਸੀ, ਮੰਦਭਾਗੀਆਂ ਗੱਲਾਂ ਸੀ ਜਿਹੜੀਆਂ ਸਾਡੇ ਪੰਜਾਬ ਵਾਸਤੇ, ਜਿਹੜੇ ਸਾਡੇ ਲੋਕਾਂ ਵਾਸਤੇ ਸੀ, ਵਿਚਾਰਿਆਂ ਦੇ ਲਈ। ਔਰ ਇੰਨੀ ਮਹਾਮਾਰੀ ਚਲੀ, ਕੋਈ ਵੀ ਇਹਨਾਂ ਦੇ ਕਿਸੇ ਵੀ ਕਾਰਜਕਰਤਾ ਨੇ, ਕਿਸੇ ਵੀ ਇਹਨਾਂ ਦੇ ਲੋਕਾਂ ਨੇ ਬਾਹਰ ਨਿਕਲ ਕੇ ਕੋਈ ਵੀ ਗਰੀਬ ਲੋਕਾਂ ਦੀ ਮਦਦ ਨਹੀਂ ਕੀਤੀ, ਗਰੀਬ ਲੋਕਾਂ ਦੀ ਵਿਚਾਰਿਆਂ ਦੀ ਸਹਾਇਤਾ ਨਹੀਂ ਕੀਤੀ, ਸੇਵਾ ਨਹੀਂ ਕੀਤੀ। ਔਰ ਉਹਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੀ ਜਿਹੜੀਆਂ ਸੰਸਥਾ ਸੀ, ਕੁਝ ਅਜਿਹੀਆਂ ਵਧੀਆ, ਔਰ ਕੁਝ ਇਸ ਤਰ੍ਹਾਂ ਦੇ ਲੋਕ ਸੀ ਵਿਚਾਰੇ ਜਿਹੜੇ, ਔਰ ਸਾਡੇ ਆਪਣੇ ਜਿਹੜੇ ਕਾਰਜਕਰਤਾ ਸੀ ਭਾਰਤੀ ਜਨਤਾ ਪਾਰਟੀ ਦੇ, ਉਹ ਸਾਹਮਣੇ ਆਏ ਸੀ, ਸੜਕਾਂ ਵਿੱਚ, ਪਿੰਡਾਂ ਵਿੱਚ ਨਿਕਲੇ ਸੀ, ਲੋਕਾਂ ਨੂੰ ਘਰ ਘਰ ਜਿਹੜਾ ਆ ਉਹ ਵਿਚਾਰਿਆਂ ਦੀ ਸਹਾਇਤਾ ਜਿੰਨੀ ਜੋ ਵੀ ਹੈਗਾ ਸੀ ਉਹਨਾਂ ਕੋਲੋਂ ਤਿਲ ਫੁੱਲ ਉਹ ਸਹਾਇਤਾ ਜਿਹੜੀ ਕੀਤੀ ਸੀ। ਲੇਕਿਨ ਇਹਨਾਂ ਨੇ ਕੁਝ ਵੀ ਨਹੀਂ ਕੀਤਾ। ਇਹਨਾਂ ਨੇ ਸਿਰਫ ਔਰ ਸਿਰਫ ਇੱਕ ਨਸ਼ੇ ਦੇ ਕਾਰੋਬਾਰ ਕੀਤੇ ਸੀ ਇਹਨਾਂ ਨੇ, ਔਰ ਅੱਜ ਵੀ ਕਰ ਰਹੇ ਨੇ। ਗੱਲ ਕਰੀਏ ਆਪਣਾ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਹੋਈ ਸੀ, ਉਹਦੇ ਦੇ ਵਿੱਚ ਵੀ ਉਹਨਾਂ ਨੇ ਕਿਹਾ ਕਿ ਜਿਹੜੀ ਉਹਦੀ ਸਿੱਟ ਬਣਾ ਕੇ ਸਜ਼ਾ ਦਿੱਤੀ ਜਾਏਗੀ। ਕੀ ਲੱਗਦਾ ਉਹ ਵੀ ਜਿਹੜੇ ਸਰਕਾਰ ਪੂਰਾ ਕਰ ਪਾਈ ਹੈ ਆਪਣਾ ਵਾਅਦਾ? ਦੇਖੋ, ਇਹ ਕੋਈ ਵੀ ਉਹਦੀ ਵਿੱਚ ਚਲੋ ਇਨਵੈਸਟੀਗੇਸ਼ਨਾਂ ਤਾਂ ਚੱਲ ਰਹੀਆਂ ਨੇ। ਇਹ ਇੱਕ ਬਹੁਤ ਵੱਡਾ ਮੁੱਦਾ ਹੈ, ਬਹੁਤ ਅਹਿਮ ਮੁੱਦਾ ਹੈ। ਇਹ ਸਾਡੇ ਜਿਹੜੇ ਉੱਪਰ ਦੇ ਜਿਹੜੇ ਲੀਡਰ ਸਾਹਿਬਾਨ ਨੇ ਉਹ ਇਸ ਮੁੱਦੇ ਦੇ ਉੱਤੇ ਹਮੇਸ਼ਾ ਗੱਲਬਾਤ ਕਰਦੇ ਨੇ। ਇਹ ਉਹਨਾਂ ਦਾ ਮਸਲਾ ਹੈਗਾ, ਉਹਨਾਂ ਦੀ ਗੱਲਬਾਤ ਹੈਗੀ ਹੈ। ਲੇਕਿਨ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਗੁਰੂ ਸਾਹਿਬ ਜੀ ਨੇ ਉਹ ਸਭ ਦੇ ਸਾਂਝੇ ਨੇ, ਉਹਨਾਂ ਦੇ ਨਾਲ ਜਿਹੜਾ ਇਸ ਤਰ੍ਹਾਂ ਦਾ ਜਿਹੜਾ ਨਹੀਂ ਹੋਣਾ ਚਾਹੀਦਾ। ਅਗਰ ਕੋਈ ਵੀ ਇਸ ਤਰ੍ਹਾਂ ਦਾ ਉਹ ਕਰਦਾ ਹੈ ਤਾਂ ਨੈਚੁਰਲੀ ਗੱਲ ਹੈ ਕਿ ਉਹਨਾਂ ਨੂੰ ਤਾਂ ਸਜ਼ਾ ਜਿਹੜੀ ਉਹ ਮਿਲਣਾ ਚਾਹੀਦੀ ਹੈ। ਸਿੱਖਾਂ ਦੇ ਮਨਾਂ 'ਚ ਠੇਸ ਹੈ ਇਸ ਚੀਜ਼ ਨੂੰ ਲੈ ਕੇ। ਮੈਂ ਇਕੱਲੇ ਇੱਕ ਵਰਗ ਦੀ ਗੱਲ ਨਹੀਂ ਕਰਾਂਗੀ। ਜੇ ਅਗਰ ਗੁਰੂ ਸਭ ਦੇ ਸਾਂਝੇ ਹੈਗੇ, ਸਾਡੇ ਵੀ ਗੁਰੂ ਨੂੰ, ਅਸੀਂ ਵੀ ਉਹਨਾਂ ਨੂੰ ਗੁਰੂਆਂ ਨੂੰ ਮੰਨਦੇ ਹਾਂ। ਉਹ ਸਿਰਫ ਇੱਕ ਵਰਗ ਦੀ ਗੱਲ ਨਹੀਂ ਹੈ, ਉਹ ਉਹਦੇ ਵਿੱਚ ਸਭ ਦੀਆਂ ਭਾਵਨਾ ਜੁੜੀਆਂ ਹੁੰਦੀਆਂ ਨੇ। ਸਭ ਕਿਤੇ ਨਾ ਕਿਤੇ ਮਤਲਬ ਆਪਣੇ ਜਿਹੜੇ ਗੁਰਪੀਰਾਂ ਨਾਲ ਜਿਹੜੇ ਜੁੜੇ ਹੁੰਦੇ ਨੇ, ਔਰ ਉਹਨਾਂ ਦੀ ਜਿਹੜੀ ਬੇਅਦਬੀ ਜਿਹੜੀ ਉਹ ਨਹੀਂ ਹੋਣਾ ਚਾਹੀਦੀ ਹੈ। ਉਹ ਸਾਡੀਆਂ ਵੀ ਭਾਵਨਾ ਜਿਹੜੀਆਂ ਨੇ ਉਹਨਾਂ ਦੇ ਨਾਲ ਨੇ। ਲਗਾਤਾਰ ਹੁਣ BJP ਦਾ ਜੇ ਗੱਲ ਕਰੀਏ, ਕਿਸਾਨੀ ਮੁੱਦਾ ਬੜਾ ਇੱਕ ਪੱਖਿਆ ਹੋਇਆ ਮੁੱਦਾ ਹੈ, ਔਰ BJP ਦੇ ਕੁਝ ਜਿਹੜੇ ਤੁਹਾਨੂੰ ਪਤਾ ਵਿਧਾਇਕਾਂ ਨਾਲ ਵੀ ਇਸ ਚੀਜ਼ ਨੂੰ ਲੈ ਕੇ ਜਿਹੜੀ ਬਦਸਲੂਕੀ ਹੋਈ ਹੈ,
ਔਰ ਤੁਸੀਂ ਵੀ ਹੁਣ ਲਗਾਤਾਰ ਜਾ ਰਹੇ ਹੋ ਆਪਣੇ ਹਲਕੇ ਦੇ ਵਿੱਚ, ਔਰ ਇਹ ਕੀ ਲੱਗਦਾ ਕਿ ਮੋਦੀ ਸਰਕਾਰ ਨੇ ਜਿਹੜਾ ਫੈਸਲਾ ਲਿਆ ਗਲਤ ਹੈ ਜਾਂ ਸਹੀ? ਦੇਖੋ, ਮੈਂ ਇਹ ਗੱਲ ਕਰਨਾ ਚਾਹਾਂਗੀ ਕਿ ਸਾਡਾ ਜਿਹੜਾ ਸੂਬਾ ਹੈਗਾ ਇਹ ਕਿਸਾਨੀ ਨਾਲ ਜੁੜਿਆ ਹੈਗਾ। ਅਸੀਂ ਵੀ ਕਿਤੇ ਨਾ ਕਿਤੇ ਮਤਲਬ ਕਿਸਾਨ, ਛੋਟੇ ਆ ਜਾਂ ਵੱਡੇ ਆ ਜਾਂ ਮਤਲਬ ਸਾਰੇ ਕਿਸਾਨ ਹੈਗੇ ਆ। ਹਰ ਬੰਦਾ ਕਿਸਾਨ ਦੇ ਨਾਲ ਜੁੜਿਆ। ਕਿਸਾਨ ਸਾਡਾ ਅੰਨਦਾਤਾ ਆ। ਅਸੀਂ ਉਹਨਾਂ ਦੀਆਂ ਭਾਵਨਾ, ਉਹਨਾਂ ਦੀਆਂ ਸੰਵੇਦਨਾ ਜਿਹੜੀਆਂ ਉਹ ਸਮਝ ਸਕਦੇ ਹਾਂ। ਲੇਕਿਨ ਮੈਨੂੰ ਇਹ ਲੱਗਦਾ ਕਿ ਠੀਕ ਹੈ, ਅਗਰ ਕੋਈ ਇਸ ਤਰ੍ਹਾਂ ਦੇ ਵਿੱਚ ਕੋਈ ਪ੍ਰੋਬਲਮ ਹੈਗੀ ਹੈ ਬਿੱਲਾਂ ਵਿੱਚ, ਤਾਂ ਉਹਨੂੰ ਸੋਧ ਕੀਤੀ ਜਾ ਸਕਦੀ ਉਹਦੇ ਵਿੱਚ, ਹੈ ਨਾ। ਅਗਰ ਕਿਸੇ ਚੀਜ਼ ਨੂੰ ਨਹੀਂ, ਉਹਦੇ ਵਿੱਚ ਕੁਝ ਨਹੀਂ ਠੀਕ ਹੈ, ਤਾਂ ਉਹਨੂੰ ਠੀਕ ਕਰਨ ਦੀ ਜਿਹੜੀ ਹੈ ਕੋਸ਼ਿਸ਼ ਕਰਨਾ ਚਾਹੀਦੀ ਔਰ ਹੋਣਾ ਵੀ ਚਾਹੀਦੀ ਹੈ। ਬਾਕੀ ਅਸੀਂ ਕਿਸਾਨਾਂ ਦੇ ਨਾਲ ਹੈ। ਕਿਸਾਨ ਸਾਡਾ ਅੰਨਦਾਤਾ ਹੈ। ਔਰ ਇਲਾਕੇ ਵਿੱਚ ਜੇ ਗੱਲ ਕਰੀਏ ਤਾਂ ਸਾਡਾ ਇਲਾਕਾ ਜਿਹੜਾ ਆ ਉਹ ਮਤਲਬ ਵਧੀਆ, ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੈ, ਸਭ ਠੀਕ ਨੇ। ਅਤੇ ਇਹ ਜਿਹੜਾ ਹੱਲ ਜਿਹੜਾ ਇਹਦਾ ਕੁਛ ਨਾ ਕੁਛ ਤਾਂ ਇਹਦਾ ਜਿਹੜਾ ਹੱਲ ਜਿਹੜਾ ਠੀਕ ਹੈ ਜ਼ਰੂਰ ਹੋਣਾ ਚਾਹੀਦਾ। ਬਾਕੀ ਸਰਕਾਰ ਜਿਹੜੀ ਹੈ, ਕੇਂਦਰ 'ਚ ਸਰਕਾਰ ਉਹ ਬੈਠੀ ਆ ਔਰ ਉਹ ਮੈਨੂੰ ਲੱਗਦਾ ਕਿ ਉਹ ਜ਼ਰੂਰ ਕੋਈ ਨਾ ਕੋਈ ਹੱਲ ਜਿਹੜਾ ਹੈ ਉਹ ਵਧੀਆ ਕਰਨਗੇ। ਔਰ ਉਹਨਾਂ ਨੇ ਬਹੁਤ ਵਧੀਆ, ਬਹੁਤ ਵੱਡੇ ਫੈਸਲੇ ਜਿਹੜੇ ਪਿਛਲੇ ਕੁਛ ਸਮੇਂ ਤੋਂ ਲਏ ਨੇ ਔਰ ਅੱਛੇ ਫੈਸਲੇ ਸੀ, ਔਰ ਇਹਦੇ ਵਿੱਚ ਵੀ ਕੋਈ ਦਿੱਕਤ ਨਹੀਂ ਆਉਣ ਲੱਗੀ ਹੈ। ਔਰ ਮੈਂ ਸਾਰੇ ਕਿਸਾਨ ਭਰਾਵਾਂ ਅੱਗੇ ਵੀ ਇਹ ਬੇਨਤੀ ਕਰਨਾ ਚਾਹਾਂਗੀ ਕਿ ਇਸ ਨੂੰ ਜਿਹੜਾ ਹੈ ਉਹ ਰਲ ਮਿਲ ਕੇ ਜਿਹੜਾ ਇਹਦਾ ਸਹੀ ਢੰਗ ਨਾਲ ਜਿਹੜਾ ਇਹਦਾ ਹੱਲ ਜਿਹੜਾ ਹੈ ਉਹ ਜ਼ਰੂਰ ਨਿਕਲੇਗਾ। ਔਰ ਉਹ ਅਸੀਂ ਵੀ ਕਿਤੇ ਨਾ ਕਿਤੇ ਕਿਸਾਨਾਂ ਦੇ ਨਾਲ ਹੀ ਹੈ, ਕੋਈ ਇਸ ਤਰ੍ਹਾਂ ਦੀ ਗੱਲ ਨਹੀਂ। ਜੇ ਗੱਲ ਕਰੀਏ ਮੈਮ ਆਮ ਆਦਮੀ ਪਾਰਟੀ ਦੀ, ਔਰ ਆਮ ਆਦਮੀ ਪਾਰਟੀ ਵੱਲੋਂ 300 ਜਿਹੜੀ ਹੈ ਯੂਨਿਟ ਬਿਜਲੀ ਹੈ ਮੁਫਤ ਦੇਣ ਦਾ ਵਾਅਦਾ ਕੀਤਾ ਗਿਆ, ਔਰ ਘਰ ਘਰ ਜਿਹੜੀ ਇਸ ਵਾਰੀ ਫਾਰਮ ਵੀ ਭਰੇ ਜਾ ਰਹੇ ਆ। ਔਰ ਕੀ ਲੱਗਦਾ ਇਸ ਜਿਹੜਾ ਵਾਅਦਾ ਕੀਤਾ ਕਿ ਅਰਵਿੰਦ ਕੇਜਰੀਵਾਲ ਨੇ ਪੂਰਾ ਕਰ ਪਾਉਣਗੇ? ਦੇਖੋ, ਮੈਂ ਪੁੱਛਣਾ ਚਾਹੁੰਦੀ ਹਾਂ ਆਮ ਆਦਮੀ ਪਾਰਟੀ ਦੇ ਉਹਨਾਂ ਨੂੰ, ਜਿਹੜੇ ਘਰ ਘਰ ਤੁਸੀਂ ਫਾਰਮ ਭਰ ਰਹੇ ਹੋ, ਪਹਿਲੇ ਕੈਪਟਨ ਸਾਹਿਬ ਨੇ ਫਾਰਮ ਭਰੇ ਸੀ ਜਦੋਂ 2017 ਵਿੱਚ ਸੱਤਾ ਵਿੱਚ ਆਉਣਾ ਸੀ ਕਿ ਘਰ ਘਰ ਨੌਕਰੀ ਦੇਵਾਂਗੇ, ਸਮਾਰਟਫੋਨ ਦੇਵਾਂਗੇ, ਬਹੁਤ ਸਾਰੇ ਵਾਅਦੇ ਇਸ ਤਰ੍ਹਾਂ ਦੇ। ਮਤਲਬ ਜਿਸ ਤਰ੍ਹਾਂ ਘਰ ਘਰ ਵਿੱਚ ਫਾਰਮ ਜਿਹੜੇ ਆ ਬਹੁਤ ਸਾਰੇ ਨੌਜਵਾਨਾਂ ਨੇ ਭਰੇ, ਸੇਮ ਇਹੀ ਚੀਜ਼ ਜਿਹੜੀ ਹੈ ਆਮ ਆਦਮੀ ਪਾਰਟੀ ਕਰ ਰਹੀ ਹੈ। ਫ਼ਰਕ ਕੀ ਰਿਹਾ ਜੀ ਉਹਨਾਂ 'ਚ? ਜਿਸ ਤਰ੍ਹਾਂ ਉਹ ਕਰ ਰਹੇ ਇਸ ਤਰ੍ਹਾਂ ਨੇ। ਇਹ ਸਿਰਫ ਮੈਂ ਆਮ ਆਦਮੀ ਪਾਰਟੀ ਨਾਲ ਇਹ ਗੱਲ ਕਰਨਾ ਚਾਹੁੰਦੀ, ਪੁੱਛਣਾ ਚਾਹੁੰਦੀ ਉਹਨਾਂ ਨੂੰ ਤੁਹਾਡੇ ਮਾਧਿਅਮ ਦੇ ਨਾਲ ਰਾਹੀਂ ਕਿ ਮੈਨੂੰ ਇਹ ਦੱਸੋ ਕਿ ਕਿਆ ਕੇਂਦਰ 'ਚ ਤੁਹਾਡੀ ਸਰਕਾਰ ਬੈਠੀ ਹੈ ਜਿਨ੍ਹਾਂ ਨੇ ਇਹ ਨੋਟਿਸ ਕੱਢਿਆ, ਕੋਈ ਐਲਾਨ ਕੀਤਾ ਹੈ, ਕੋਈ ਸਰਕਾਰੀ ਕੋਈ ਹੈਗਾ ਤੁਹਾਡੇ ਕੋਲ ਇਸ ਤਰ੍ਹਾਂ ਦਾ? ਜਾਂ ਪੰਜਾਬ ਵਿੱਚ ਤੁਹਾਡੇ ਕੋਲ ਕੋਈ ਇਸ ਤਰ੍ਹਾਂ ਦਾ ਸਰਕਾਰੀ ਨੋਟਿਸ ਹੈਗਾ ਕਿ ਘਰ ਘਰ ਜਿਹੜਾ ਇਹ ਬਿਜਲੀ ਦੇ ਬਿੱਲ ਜਿਹੜੇ ਆ ਮਾफ़ ਕੀਤੇ ਜਾਣਗੇ, ਯੂਨਿਟਾਂ ਮਾफ़ ਕੀਤੀਆਂ ਜਾਣਗੀਆਂ? ਇਸ ਤਰ੍ਹਾਂ ਲੋਕਾਂ ਨੂੰ ਨਾ ਗੁੰਮਰਾਹ ਕੀਤਾ ਜਾਏ। ਘਰ ਘਰ ਉਹ ਅੱਜ ਫਿਰ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਮੈਂ ਸਾਰਿਆਂ ਦੇ ਅੱਗੇ ਬੇਨਤੀ ਕਰਦੀ ਹਾਂ ਕਿ ਇਸ ਤਰ੍ਹਾਂ ਦੀਆਂ ਪਾਰਟੀਆਂ ਦੇ ਅੱਗੇ ਗੁੰਮਰਾਹ ਨਾ ਹੋਇਓ। ਔਰ ਇਹ ਸਿਰਫ ਇੱਕ ਇਹਨਾਂ ਨੇ ਝੂਠ ਬਰਗਲਾਉਣਾ ਹੈ ਲੋਕਾਂ ਨੂੰ, ਔਰ ਜਿਹੜੀ ਇਹਨਾਂ ਨੇ ਮਤਲਬ ਸਿਰਫ ਇੱਕ ਇਲੈਕਸ਼ਨ ਸਟੰਟ ਕਰ ਰਹੇ ਨੇ, ਔਰ ਅਦਰਵਾਈਜ਼ ਕੁਛ ਨਹੀਂ ਹੈ। ਦਿੱਲੀ 'ਚ ਜਾ ਕੇ ਤੁਸੀਂ ਦੇਖ ਲਓ ਕਿੰਨਾ ਕਿ ਉੱਥੇ ਜਿਹੜਾ ਕੰਮ ਜਿਹੜਾ ਹੋਇਆ, ਜਿਹੜਾ ਪੰਜਾਬ ਦਾ ਭਲਾ ਕਰਨ ਆ ਗਏ ਨੇ। ਇਸ ਤਰ੍ਹਾਂ ਦਾ ਕੋਈ ਭਲਾ ਨਹੀਂ ਇਹਨਾਂ ਨੇ ਕਰਨਾ। ਇਹ ਸਿਰਫ ਇੱਕ ਲੋਕਾਂ ਦੇ ਨਾਲ ਜਿਹੜਾ ਆ ਝੂਠੇ ਵਾਅਦੇ ਆ, ਔਰ ਕੁਛ ਨਹੀਂ ਹੈ। ਦੱਸਣ ਨਾ ਮੈਨੂੰ ਵੀ ਕਿੱਥੋਂ ਇਹਨਾਂ ਨੇ, ਕਿਹੜੇ SDO ਨੇ, ਕਿਹੜੇ ਐਕਸੀਅਨ ਨੇ ਬਿਜਲੀ ਬੋਰਡ ਦੇ ਨੇ ਇਹਨਾਂ ਨੂੰ ਕਿਹਾ ਕਿ ਕਿੱਥੇ ਫਾਰਮ ਜਮ੍ਹਾਂ ਕਰਵਾ ਰਹੇ ਨੇ? ਘਰ ਘਰ ਲੋਕਾਂ ਨੇ ਫਾਰਮ ਭਰੇ, ਲੇਕਿਨ ਜਾ ਕਿੱਥੇ ਰਹੇ ਨੇ ਫਾਰਮ? ਉਹ ਦੱਸਣ ਨਾ ਸਾਨੂੰ, ਭੇਜ ਕਿੱਥੇ ਰਹੇ ਨੇ? ਇਸ ਤਰ੍ਹਾਂ ਦੇ ਲੋਕਾਂ ਦੇ ਨਾਲ ਜਿਹੜਾ ਕੋਈ ਇਹਦੇ ਸੰਬੰਧੀ ਕੋਈ ਸਟੈਪ ਚੁੱਕਿਆ ਜਾ ਰਿਹਾ? ਦੇਖੋ, ਮੈਂ ਜ਼ਰੂਰ ਗੱਲ ਕਰਨਾ ਚਾਹਾਂਗੀ ਕਿ ਭਾਰਤੀ ਜਨਤਾ ਪਾਰਟੀ ਕੰਮ ਕਰਨ 'ਚ ਵਿਸ਼ਵਾਸ ਰੱਖਦੀ ਹੈ, ਨਾ ਕਿ ਇਸ ਤਰ੍ਹਾਂ ਦੇ ਕੋਈ ਝੂਠੇ ਲਾਰੇ ਟਪਾਰੇ ਲੋਕਾਂ ਨੂੰ ਲਾਉਣ ਲਈ। ਮੈਨੂੰ ਪੂਰਾ ਵਿਸ਼ਵਾਸ ਹੈ ਕਿ ਜਦੋਂ ਸਾਡੀ ਸਰਕਾਰ ਆਏਗੀ ਭਾਰਤੀ ਜਨਤਾ ਪਾਰਟੀ ਦੀ, ਅਸੀਂ ਸਭ ਲੋਕਾਂ ਦੇ, ਇਸ ਪੰਜਾਬ ਦਾ ਭਲਾ ਕਰਾਂਗੇ, ਇਸ ਪੰਜਾਬ ਦੀ ਨੁਹਾਰ ਨੂੰ ਚੇਂਜ ਕਰਾਂਗੇ, ਆਪਣੇ ਇਹਨਾਂ ਇਲਾਕਿਆਂ ਦੀ ਨੁਹਾਰ ਨੂੰ ਚੇਂਜ ਕਰਾਂਗੇ। ਮਾਨਯੋਗ ਸਾਡੇ ਅਸ਼ਵਨੀ ਸ਼ਰਮਾ ਜੀ ਸਾਡੇ ਪ੍ਰਧਾਨ ਸੂਬੇ ਦੇ, ਔਰ ਉਹ ਬਹੁਤ ਮਿਹਨਤੀ ਨੇ। ਪਹਿਲੇ ਵੀ ਪ੍ਰਧਾਨਗੀ ਉਹਨਾਂ ਨੇ ਕੀਤੀ ਹੈ, ਹੁਣ ਵੀ ਪ੍ਰਧਾਨ ਨੂੰ। ਹਰ ਜ਼ਿਲ੍ਹੇ ਵਿੱਚ ਜਾ ਕੇ ਉਹ ਮਤਲਬ ਲੋਕਾਂ ਦੇ ਨਾਲ ਉਹਨਾਂ ਦਾ ਮਿਲਣਾ ਗਿਲਣਾ ਹੁੰਦਾ ਹੈ, ਔਰ ਬਹੁਤ ਮਿਹਨਤ ਉਹ ਕਰ ਰਹੇ ਨੇ। ਸੋ ਉਹਨਾਂ ਦੀ ਮਿਹਨਤ ਜਿਹੜੀ, ਉਹਨਾਂ ਦੀ ਜਿਹੜੀ ਪੰਜਾਬ ਦੀ ਲੀਡਰਸ਼ਿਪ ਹੈ, ਉਹ ਉਹਨਾਂ ਦੀ ਮਿਹਨਤ ਜਿਹੜੀ ਜ਼ਰੂਰ ਸਾਡੀ ਭਾਰਤੀ ਜਨਤਾ ਪਾਰਟੀ ਦੀ ਰੰਗ ਲਿਆਏਗੀ। ਔਰ ਆਉਣ ਵਾਲੇ ਸਮੇਂ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੂੰ ਬਣਾਓ। ਸਾਰੇ ਨੂੰ ਵੀ ਮੈਂ ਇਹ ਬੇਨਤੀ ਕਰਨਾ ਚਾਹਾਂਗੀ। ਔਰ ਜਿਹੜੇ ਇਸ ਇਲਾਕੇ 'ਚ ਜਾਂ ਇਸ ਜ਼ਿਲ੍ਹੇ 'ਚ, ਪਠਾਨਕੋਟ ਜ਼ਿਲ੍ਹੇ ਦੀ ਨੁਹਾਰ ਜਿਹੜੀ, ਇਸ ਪੰਜਾਬ ਦੀ ਨੁਹਾਰ ਨੂੰ ਜਿਹੜੀ ਆ ਉਹ ਚੇਂਜ ਆਪਾਂ ਜ਼ਰੂਰ ਕਰਾਂਗੇ। ਇੰਨਾ ਸਾਡੀ ਲੀਡਰਸ਼ਿਪ ਜਿਹੜੀ ਆ ਉਹ ਇਸ ਪੰਜਾਬ ਦੇ ਵਾਸਤੇ ਜਿਹੜੀ ਆ ਉਹ ਤਿਆਰ ਹੈ। ਲਗਾਤਾਰ ਤੁਸੀਂ ਅਕਾਲੀ ਜਿਹੜੀ ਹੈ BJP ਨਾਲ ਗਠਬੰਧਨ ਰਿਹਾ, ਔਰ ਉਹਦੇ ਨਾਲ ਤੁਸੀਂ ਭਾਈਵਾਲ ਪਾਰਟੀ ਦੇ ਕਰੇ ਇਲੈਕਸ਼ਨ ਲੜਦੇ ਰਹੇ ਹੋ, ਔਰ ਇਸ ਵਾਰੀ ਤੁਸੀਂ ਇਕੱਲੇ ਇਲੈਕਸ਼ਨ, ਇਸ ਵਾਰੀ ਲੱਗਦਾ ਕਿ ਇੱਥੇ ਜਿਹੜੀ BJP ਹੈ ਇਕੱਲੇ ਇਲੈਕਸ਼ਨ ਲੜੇਗੀ। ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਇਸ ਟਾਈਮ ਅਕਾਲੀ ਦਾ? ਦੇਖੋ, ਮੈਂ ਗੱਲ ਕਰਨਾ ਚਾਹਾਂਗੀ ਕਿਉਂਕਿ ਪਹਿਲੇ ਗਠਬੰਧਨ ਰਿਹਾ ਹੈ ਅਕਾਲੀ ਭਾਜਪਾ ਦਾ। ਇਹ ਵੱਡੇ ਸਾਡੇ ਜਿਹੜੇ ਲੀਡਰ ਸਾਹਿਬਾਨ
ਉਹਨਾਂ ਦੀ ਗੱਲ ਹੈਗੀ ਹੈ, ਉਹਨਾਂ ਦਾ ਕੀ ਅੱਗੇ ਗੱਲਬਾਤ ਹੈ ਕੀ ਨਹੀਂ ਹੈ ਜਾਂ ਕਿਸ ਤਰ੍ਹਾਂ ਦੀ। ਸਾਡੀ ਆਪਣੀ ਗੱਲ ਕਰਾਂਗੇ ਕਿ ਭਾਰਤੀ ਜਨਤਾ ਪਾਰਟੀ ਇਸ ਵਾਰ ਸਾਡੀ ਲੀਡਰਸ਼ਿਪ ਨੇ ਕਿਹਾ ਕਿ 117 ਸੀਟਾਂ 'ਤੇ ਲੜੇਗੀ, ਔਰ ਸਾਡੀ ਜਿਹੜੇ ਕਾਰਜਕਰਤਾ ਨੇ ਭਾਰਤੀ ਜਨਤਾ ਪਾਰਟੀ ਦੇ ਬਹੁਤ ਮਿਹਨਤੀ ਕਾਰਜਕਰਤਾ ਨੇ, ਔਰ ਮਿਹਨਤ ਉਹ ਕਰ ਰਹੇ ਨੇ। ਉਹਨਾਂ ਦੀ ਮਿਹਨਤ ਜਿਹੜੀ ਹੈ, ਉਹਨਾਂ ਦੇ ਰੰਗ ਜਿਹੜੀ ਹੈ ਉਹ ਜ਼ਰੂਰ ਇਸ ਪੰਜਾਬ 'ਚ ਜਿਹੜੀ ਲੈ ਕੇ ਆਵਾਂਗੇ ਆਪਾਂ। ਬਾਕੀ ਵੱਡੀ ਲੀਡਰਸ਼ਿਪ ਦੀ ਗੱਲ ਹੈਗੀ ਹੈ ਸਾਡੀ ਭਾਰਤੀ ਜਨਤਾ ਪਾਰਟੀ ਦੀ, ਉਹ ਉਪਰਲੀ ਗੱਲ ਉਹ ਦੇਖਣ। ਕੀ ਮੈਮ ਜਿਹੜਾ ਪਿਛਲੀ ਵਾਰ ਜਿਹੜਾ ਹਾਰ ਦਾ ਕਾਰਨ ਕੀ ਰਿਹਾ, ਜਿਹੜਾ ਤੁਸੀਂ ਇਸ ਵਾਰ ਗਏ ਲੋਕਾਂ ਕੁਛ ਨਾ ਕੁਛ ਤੁਹਾਨੂੰ ਦੇਖਣ ਨੂੰ ਮਿਲਿਆ ਹੀ ਹੋਏਗਾ? ਦੇਖੋ ਉਸ ਲਈ ਇਹ ਕਿ ਸਾਡਾ ਆਪਸ ਵਿੱਚ ਗਠਬੰਧਨ ਸੀ ਅਕਾਲੀ ਭਾਜਪਾ ਦਾ, ਅਤੇ ਹੋ ਸਕਦਾ 10 ਸਾਲ ਦੀ ਸਰਕਾਰ ਸੀ, 10 ਸਾਲ ਸਰਕਾਰ ਲਗਾਤਾਰ ਰਹਿਣ ਨੈਚੁਰਲ ਕਈ ਵਾਰੀ ਬਹੁਤ ਸਾਰੇ ਪੰਜਾਬ ਦੇ ਲੋਕਾਂ ਦੇ ਮਨਾਂ ਵਿੱਚ ਗੱਲ ਵੀ ਆ ਸਕਦੀ ਕਿ ਚਲੋ ਇਸ ਵਾਰੀ ਅਸੀਂ ਚੇਂਜ ਕਰਨੇ ਆ, ਲੇਕਿਨ ਉਹਨਾਂ ਨੇ ਚੇਂਜ ਕਰਕੇ ਦੇਖ ਲਿਆ, ਕੁਛ ਵੀ ਉਹਦਾ ਫਾਇਦਾ ਨਹੀਂ ਹੋਇਆ। ਕੋਈ ਵੀ ਡਿਵੈਲਪਮੈਂਟ ਜਿਹੜੀ ਹੈ ਸਹੀ ਢੰਗ ਨਾਲ ਨਹੀਂ ਹੋਈ ਹੈ, ਡਿਵੈਲਪਮੈਂਟ ਹੋਈ ਨਹੀਂ ਹੈ, ਪੈਸੇ ਜਿਹੜੇ ਆ ਗ੍ਰਾਂਟਾਂ ਆਈਆਂ ਨਹੀਂ ਹੈ, ਉਹ ਸਾਰਾ ਕੁਛ ਜਿਹੜਾ ਉਹ ਸਭ ਇਸ ਵਾਰ ਜਨਤਾ ਦੇ ਧਿਆਨ 'ਚ ਹੈਗਾ ਔਰ ਪੰਜਾਬ ਦੀ ਜਨਤਾ ਦੇ ਧਿਆਨ 'ਚ ਹੈਗਾ। ਸੋ ਪੰਜਾਬ ਦੀ ਜਨਤਾ ਨੇ ਹੁਣ ਜਿਹੜਾ ਫੈਸਲਾ ਕਰਨਾ, ਮੈਨੂੰ ਲੱਗਦਾ ਹੈ ਕਿ ਉਹ ਬਹੁਤ ਵਧੀਆ ਫੈਸਲਾ ਜਿਹੜਾ ਲੈਣਗੇ। ਸਰਕਾਰ ਇਸ ਵਾਰੀ ਜ਼ਰੂਰ ਜਿਹੜੇ ਚੇਂਜ ਕਰਨਗੇ। ਮੇਰਾ ਸਿੱਧਾ ਸਵਾਲ ਹੈ, ਜੇ ਪਾਰਟੀ ਤੁਹਾਨੂੰ ਇਸ ਵਾਰੀ ਫਿਰ ਟਿਕਟ ਦਾ ਜੇ ਮਾਣ ਬਖਸ਼ਦੀ ਹੈ, ਔਰ ਕੀ ਲੱਗਦਾ ਹੈ ਕਿ ਸਿੱਧੇ ਤੌਰ 'ਤੇ ਕਿਸ ਤਰ੍ਹਾਂ ਰਹੇਗਾ? ਦੇਖੋ ਪਹਿਲੇ ਵੀ ਲੋਕਾਂ ਦੀ ਸੇਵਾ ਕੀਤੀ ਹੈ, ਇਸ ਇਲਾਕੇ ਵਿੱਚ, ਇਸ ਇਲਾਕੇ ਦੀ ਸੇਵਾ ਕੀਤੀ ਹੈ, ਦੁਬਾਰਾ ਇਸ ਇਲਾਕੇ 'ਚ ਸੇਵਾ ਕਰਾਂਗੇ। ਇਹ ਸਨ ਸਾਡੇ ਨਾਲ ਜਿਹੜੇ ਸਾਬਕਾ ਵਿਧਾਇਕ ਸੀਮਾ ਕੁਮਾਰੀ ਜੀ, ਜਿਨ੍ਹਾਂ ਨੇ ਦੱਸਿਆ ਕਿ ਜੇ ਪਾਰਟੀ ਉਹਨਾਂ ਨੂੰ ਦੁਬਾਰਾ ਜੇ ਮੌਕਾ ਦਿੰਦੀ ਹੈ, ਉਹ ਪਹਿਲੇ ਵੀ ਸੇਵਾ ਕਰਦੇ ਆਏ ਆ ਔਰ ਫਿਰ ਸੇਵਾ ਕਰਨਗੇ। ਕੈਮਰਾਮੈਨ ਰਾਜ ਦੇ ਨਾਲ ਦੀਪਕ ਕੁਮਾਰ, ਪਠਾਨਕੋਟ। ਮੈਂ MLA ਸੰਤੋਖ ਸਿੰਘ ਭਲਾਈਪੁਰ, ਹਲਕਾ ਬਾਬਾ ਬਕਾਲਾ। ਮੈਂ ਦੇਸ਼ ਵਾਸੀਆਂ ਨੂੰ, ਹਲਕਾ ਨਿਵਾਸੀਆਂ ਨੂੰ, ਮੈਂ ਸਾਰਿਆਂ ਨੂੰ ਜੋ ਰੱਖੜ ਪੁੰਨਿਆਂ ਦਾ ਮੇਲਾ ਸਾਹਿਬ ਸ੍ਰੀ ਗੁਰੂ ਬਾਬਾ ਜੀ ਤੇਗ ਬਹਾਦਰ ਜੀ ਦੇ ਜੋ ਸਥਾਨ ਹੈ, ਜਿੱਥੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ 26 ਸਾਲ 9 ਮਹੀਨੇ 13 ਦਿਨ ਤਪੱਸਿਆ ਕੀਤੀ, ਉਹ ਰੱਖੜ ਪੁੰਨਿਆਂ ਦਾ ਮੇਲਾ ਜਿਹੜਾ ਉਹ 22 ਤਰੀਕ ਨੂੰ ਆ ਰਿਹਾ ਵਾ। ਸਾਰੇ ਸੰਸਾਰ ਨੂੰ ਇਸ ਪਵਿੱਤਰ ਦਿਹਾੜੇ 'ਤੇ ਲੱਖ ਲੱਖ ਵਧਾਈ ਦੇਣਾ। ਮੈਂ ਸਬ ਇੰਸਪੈਕਟਰ ਪਰਮਜੀਤ ਸਿੰਘ, ਇੰਚਾਰਜ ਚੌਂਕੀ ਬਾਬਾ ਬਕਾਲਾ ਸਾਹਿਬ। ਸਾਹਿਬ ਸ੍ਰੀ ਗੁਰੂ ਤੇਗ ਬਹਾਦਰ 9ਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 21, 22, 23 ਨੂੰ ਰੱਖੜ ਪੁੰਨਿਆਂ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਦੇਸ਼ ਵਿਦੇਸ਼ ਤੋਂ ਸੰਗਤਾਂ ਜੋ ਨਤਮਸਤਕ ਹੋਣ ਆ ਰਹੀਆਂ ਹਨ, ਸਭ ਨੂੰ ਜੀ ਆਇਆਂ ਕਹਿੰਦਾ ਅਤੇ ਅਪੀਲ ਕਰਦਾ ਹਾਂ ਕਿ ਮਹਾਰਾਜ ਸੱਚੇ ਪਾਤਸ਼ਾਹ ਆਪਣੀਆਂ ਆਸਾਂ ਮੁਰਾਦਾਂ ਪੂਰੀਆਂ ਕਰਨ ਅਤੇ ਆਪਣਾ ਘਰ ਪਰਿਵਾਰ ਵਿੱਚ ਸੁਖੀ ਜੀਵਨ ਬਤੀਤ ਕਰਨ। ਮੈਂ ਨਿਰੰਜਨ ਸਿੰਘ, ਚੇਅਰਮੈਨ ਹਲਕਾ ਬਾਬਾ ਬਕਾਲਾ ਸਾਹਿਬ ਤੋਂ ਆਪ ਸਭ ਨੂੰ ਮੇਲਾ ਰੱਖੜ ਪੁੰਨਿਆਂ ਦੀ, ਜੋ ਕਿ ਹਰ ਸਾਲ ਮੇਲਾ ਬਾਬਾ ਬਕਾਲਾ ਸਾਹਿਬ ਵਿਖੇ ਮਨਾਇਆ ਜਾਂਦਾ ਹੈ, ਆਪ ਸਭ ਨੂੰ ਮੈਂ ਇਸ ਸ਼ੁਭ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੇ ਤੁਸੀਂ ਐਕਸਪ੍ਰੈਸ ਐਂਟਰੀ ਦੇ ਵਿੱਚ ਜਾਂ PNP ਦੇ ਥਰੂ ਜਾਂ LMIA ਦੇ ਥਰੂ ਜਾਂ ਜੌਬ ਆਫਰ ਦੇ ਥਰੂ ਜਾ ਕੇ ਪੱਕੇ ਤੌਰ ਤੇ ਸੈਟਲ ਹੋਣਾ ਚਾਹੁੰਦੇ ਹੋ, ਜਾਂ ਤੁਸੀਂ ਸਟੂਡੈਂਟ ਵੀਜ਼ਾ ਤੇ ਕੈਨੇਡਾ ਜਾਂ ਆਸਟ੍ਰੇਲੀਆ ਸਕਾਲਰਸ਼ਿਪ ਦੇ ਨਾਲ ਘੱਟ ਫੀਸ ਤੇ ਤੁਹਾਡੇ ਐਜੂਕੇਸ਼ਨ 'ਚ ਗੈਪ ਹੈ ਤੇ ਤੁਸੀਂ ਪੜ੍ਹ ਕੇ ਜੇ ਸੈਟਲ ਹੋਣ ਦਾ ਸੁਪਨਾ ਪੂਰਾ ਕਰਨਾ ਚਾਹੁੰਦੇ ਹੋ, ਤੁਸੀਂ ਹੇਠ ਲਿਖੇ ਨੰਬਰਾਂ ਤੇ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ। ਹਰ ਖਬਰ ਦੀ ਤਾਜ਼ਾ ਅਪਡੇਟ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ, Facebook ਚੈਨਲ ਨੂੰ ਲਾਈਕ ਅਤੇ ਸ਼ੇਅਰ ਕਰੋ।